सो कहाँ सो अम्मी, मैं मूर्ख कहन ना जाई। धन वाहिगुरु साहिब जीओ, पांच तत्त को तन रचियो, जानो चतर सुजान, जेते उपजियो नानका, लीन तही मैं मान। पांच तत्त को तन रचियो, जानो चतर सुजान, जेते उपजियो नानका, लीन ताहि मैं मान। वाहिगुरु जी का खालसा, वाहिगुरु जी की फतेह। सिरजनहार ने पंज तत्तां दे राहीं समुची कायनात की सिरजना की है। जितने भी जीव ने उन्होंने बनतर पंज तत्तां विचों हुई है। ये फैसला भी गुरबाणी का है। साहिब का पावन वचन, पंच तत्त कर तुझ सृष्ट सब साची, कोई क्षेमा करियो जे किस कीता होवे। इक न सतगुर मीर तू बुझावे, इक मनमुख करे से रोवे। इक न तू सोची दे देना, एक भटकना विच पै के जीवन गुजार के तुर जाए। सतगुरु का वचन है, कोई छेवां तत्त पैदा करो, दिखाओ कोई छेवां तत्त होवे। पंज तत्तां की समुची कायनात है। हैरानी की गल है, जदों इस श्लोक को पढ़ते हैं आपां, एक बारी मैं फिर तुहाडे ख्याल में रखना है। पांच तत्त को तन रचियो, जानो चतर सुजान। हे सियाने मनुख, हे दाने मनुख, हे गल समझ। पंज तत्तां का शरीर बनिया, जेते उपजियो नानका, लीन ताहि मैं मान। जिहदे विचों पंज तत्तां चों पैदा होया है, तेन एक दिन उस पंज तत्तां विच समा जाना। ये सलीब तेरे कोल नहीं रहना। पंज तत्त विद्वान मनते नहीं, गुरबाणी ने भी मने है। एक तत्त है धरती का, हवा का, पानी का, अग का, आकाश का। ये पंज तत्तां तो साडी काया की बनतर बनी है। समुची कायनात की बनतर इस पंज तत्तां तो है। फिर सतगुरु मनुखा जामे नूं क्यों कहिंदे ने दुर्लभ है? वो भी पंज तत्तां दे ने, ये भी पंज तत्तां दा। इनू क्यों कहिंदे ने कबीर मानस जन्म दुर्लभ है, होए ना बारे बार, ज्यों बन फल पाके भोई गिरै, बहु ना लागे ना। इनू क्यों कहिंदे ने सतगुरु दुर्लभ दे पाई वडभागी, ये बड़ी वड्डे भागां नाल मिलदी है। फिर सतगुरु क्यों कहिए ने फफा फिरत तू आया, दुर्लभ दे कलयुग में पाया। फिर ये अवसर चढ़े न हाथा, राम जपो तो कटिए फसा। ਇਹਦੇ ਚ ਕੀ एडी खूबी है? ये क्यों है? जे पंज तत्तां चों बाकी पैदा होए ते पंजां चों ये पैदा होया, उन्होंने भी पंजां च मिल जाना ते मनुख ने भी पंजां च मिल जाना। किड्डी क वड्डी गल है। एडी गल समझाउण वास्ते इतने धार्मिक ग्रंथ, इतनियां धार्मिक संस्थावां, इतने धार्मिक स्थान, इतने पीर पैगंबर धरती के तख्ते ते आए। सिर्फ इन्नी गल समझाउणी सी? नहीं। सिर्फ कहंदे भले एक गल चेता रखी,
ਇਹਦੇ ਵਿੱਚ ਇੱਕ ਬੜੀ ਵੱਡੀ ਖੂਬੀ ਦੀ ਬਾਤ ਹੈ, ਬਹੁਤ ਖੂਬੀ ਦੀ ਬਾਤ ਹੈ। ਉਹ ਕਿਹੜੀ ਹੈ? ਤਾਂ ਇਹ ਵੀ ਪੰਜ ਤੱਤਾਂ ਦਾ ਬਣਿਆ ਹੋਇਆ, ਕੋਈ ਦੋ ਰਾਮਾ ਨਹੀਂ, ਪਰ ਇਹ ਵਾਲਾ ਜਾਮਾ ਤੈਨੂੰ ਰੱਬ ਨਾਲ ਮਿਲਾ ਸਕਦਾ ਹੈ, ਪਰਮੇਸ਼ਰ ਨਾਲ ਮਿਲਾ ਸਕਦਾ ਹੈ। ਹੋਰ ਕੋਈ ਵੀ ਜਾਮੇ ਨੇ ਬਣੇ ਉਹ ਵੀ ਪੰਜ ਤੱਤਾਂ ਦੇ ਹੀ ਨੇ, ਪਰ ਚੇਤਾ ਰੱਖਿਓ ਰੱਬ ਦੇ ਮਿਲਾਪ ਦੀ ਵਾਰੀ ਨਹੀਂ ਹੈ। ਇਸ ਲਈ ਹਜ਼ੂਰ ਨੇ ਬਚਨ ਬਖਸ਼ਿਸ਼ ਕੀਤੇ ਨੇ। ਮਲਕ ਜੀ ਆਖਦੇ ਨੇ, ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਕਹਿੰਦੇ ਮਨੁੱਖਾ ਜਾਮੇ ਦਾ ਆਹ ਲਾਹ ਹੈ। ਇਹ ਹੈ ਇਹਦੇ 'ਚ ਖੂਬੀ ਪਈ, ਇਹ ਰੱਬ ਦਾ ਰੂਪ ਬਣ ਸਕਦੀ ਹੈ, ਪਰਮੇਸ਼ਰ ਦੇ ਨਿਰੰਕਾਰ ਦੇ ਨਾਲ ਮਿਲਾਪ ਕਰਾ ਸਕਦੀ ਹੈ। ਬਚਨ ਫਿਰ ਦੁਬਾਰੀ ਪੜ੍ਹੇ ਹੋ ਜੇ। ਹਜ਼ੂਰ ਆਖਦੇ ਨੇ, ਕਹਿੰਦੇ ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਇਸ ਲਈ ਕੀਮਤੀ ਹੈ ਕਿਉਂਕਿ ਤੂੰ ਰੱਬ ਦਾ ਰੂਪ ਹੋ ਸਕਦਾ ਹੈ। ਇਹ ਇੱਕੋ ਵਾਰੀ ਹੈ, ਤੇਰੇ ਕੋਲ ਹੁਣ ਵਕਤ ਹੈ ਆਪਣੇ ਅੰਦਰ ਚੰਗੇ ਗੁਣ ਪੈਦਾ ਕਰਕੇ ਰੱਬ ਦਾ ਰੂਪ ਬਣ ਸਕਦਾ ਹੈ। ਜੋ ਪ੍ਰਾਣੀ ਨਿਸ਼ਚਲ ਭਜੈ, ਰੂਪ ਰਾਮ ਤੇ ਜਾਨ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਨਿਰੰਕਾਰ ਦਾ ਰੂਪ ਹੋ ਸਕਣਾ, ਇਹਦੇ 'ਚ ਖੂਬੀ ਹੈ। ਦੋ ਸ਼ਬਦ ਮੈਂ ਹੋਰ ਕਹਿਣਾ ਚਾਹੁੰਦਾ, ਉਹਨਾਂ ਦੇ ਰਾਹੀਂ ਅੱਜ ਦੀ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇੱਕ ਹੁੰਦਾ ਸੰਭਾਲਣਾ, ਇੱਕ ਹੁੰਦਾ ਭਾਲਣਾ। ਭਾਲਣਾ ਮਤਲਬ ਲੱਭਣਾ। ਮਨੁੱਖ ਨੂੰ ਕਾਇਆ ਦਿੱਤੀ ਤਾਂ ਇਸ ਲਈ ਸੀ ਤੂੰ ਭਾਲ ਸਕੇ, ਪਰ ਇਹ ਕਦਾ ਸੰਭਾਲਣ ਵਿੱਚ ਹੀ ਲੱਗ ਗਿਆ। ਜਿਤਨੇ ਬਾਜ਼ਾਰਾਂ ਵਿੱਚ ਸ਼ਿੰਗਾਰ ਨੇ, ਸਿਰਫ ਇਹਨੂੰ ਸੰਭਾਲਣ ਦੇ, ਇਹਨੂੰ ਭਾਲਣ ਦੇ ਨਹੀਂ, ਇਹਨੂੰ ਲੱਭਣ ਦੇ ਨਹੀਂ। ਜਿਤਨੇ ਵੀ ਦੁਨੀਆ ਵਿੱਚ ਉਪਰਾਲੇ ਨੇ, ਉਹ ਸਿਰਫ ਇਹਨੂੰ ਸੰਭਾਲਣ ਦੇ ਨੇ। ਡਾਕਟਰ ਹੈ, ਸੁੱਖ ਸਹੂਲਤਾਂ ਨੇ, ਸਿਰਫ ਇਹ ਸੰਭਾਲਣ ਵਾਸਤੇ। ਇਹਨੂੰ ਭਾਲਣ ਦੀ ਗੱਲ ਕੋਈ ਨਹੀਂ ਕਰਦਾ। ਭਾਲਣ ਦੀ ਗੱਲ ਧਾਰਮਿਕ ਦੁਨੀਆ ਕਰਦੀ ਹੈ। ਧਾਰਮਿਕ ਦੁਨੀਆ ਕਹਿੰਦੀ ਹੈ ਇਸ ਦੇਹੀ ਨੂੰ ਸੰਭਾਲ ਵੀ, ਪਰ ਇਹਨੂੰ ਭਾਲ ਵੀ। ਇਹਦੇ ਵਿੱਚ ਕੀ ਹੈ? ਕਿਤੇ ਬਾਹਰੀ ਤੌਰ ਤੇ ਨਾ ਕੱਲਾ ਰਹਿ ਜਾਏ। ਅੰਮ੍ਰਿਤ ਬਾਣੀ ਦਾ ਬਚਨ ਹੈ ਬੜਾ ਪਿਆਰਾ। ਸਤਿਗੁਰੂ ਆਖਦੇ ਨੇ, ਕਹਿੰਦੇ ਜਿਨ੍ਹਾਂ ਨੇ ਭਾਲਿਆ ਉਹਨਾਂ ਨੇ ਆਪਣੇ ਆਪ ਨੂੰ ਹੀ ਧਾਰਮਿਕ ਸਥਾਨ ਬਣਾ ਲਿਆ, ਸਰੀਰ ਨੂੰ ਵੀ ਰੱਬ ਦਾ ਘਰ ਬਣਾ ਲਿਆ, ਗੁਰਦੁਆਰਾ ਬਣਾ ਲਿਆ, ਮੰਦਿਰ ਬਣਾ ਲਿਆ, ਜਿਹੜਾ ਮਰਜ਼ੀ ਸ਼ਬਦ ਲਾ ਲਈ। ਪਾਵਨ ਗੁਰਵਾਕ ਰੱਬੀ ਬਾਣੀ ਦਾ ਬੜਾ ਪਿਆਰਾ। ਔਰ ਉਸ ਭਗਤ ਪੀਪਾ ਜੀ ਦਾ ਬਚਨ ਹੈ ਜਿਹੜਾ ਅੱਤ ਦੀ ਅਮੀਰੀ ਵਿੱਚ 16 ਰਾਣੀਆਂ ਸੀ ਉਹਦੀਆਂ। ਗਗਰੌਨ ਇਲਾਕਾ ਰਾਜਸਥਾਨ ਦਾ, ਉਹਦੇ ਵਿੱਚ ਰਾਜਾ ਸੀ। ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਵੇਦਾ, ਕਾਇਓ ਪੂਜੋ ਪਾਤੀ। ਕਾਇਆ ਨੌਖੰਡ ਖੋਜਤੇ, ਕਾਇਆ ਬਹੁਖੰਡ ਖੋਜਤੇ, ਨਵ ਨਿਜ ਪਾਈ। ਨਾ ਕੁਛ ਆਏ ਵੋ, ਨਾ ਕੁਛ ਜਾਏ ਵੋ, ਰਾਮ ਕੀ ਦੁਹਾਈ। ਜੋ ਬ੍ਰਹਮੰਡੈ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਪੀਪਾ ਪਰਨਵੈ ਪਰਮ ਤਤ ਹੈ, ਸਤਿਗੁਰ ਕੋਈ ਲਿਖਾਵੈ। ਜਿਤਨਾ ਕੁਝ ਬ੍ਰਹਿਮੰਡ ਵਿੱਚ ਦੇਖਣਾ, ਉਹਨਾਂ ਕੁਝ ਤੇਰੇ ਅੰਦਰ ਪਿਆ। ਤੂੰ ਭਾਲ ਕੇ ਤਾਂ ਕਦੇ ਵੇਖ ਲੈਂਦਾ, ਤੂੰ ਕਦੇ ਅੰਦਰ ਤੇ ਵੇਖ ਲੈਂਦਾ। ਕਾਇਆ ਕੋਟ ਅਪਾਰ ਹੈ, ਅੰਦਰ ਹਟ ਨਾਲੇ। ਗੁਰਮੁਖ ਸੌਦਾ ਸੋ ਕਰੇ, ਜੇ ਵਸਤ ਸੰਭਾਲੇ। ਨਾਮ ਨਿਧਾਨ ਅਪਾਰ ਹੈ, ਹੀਰੇ ਪਰਵਾਲੇ। ਜੇ ਬਿਨ ਕਾਇਆ ਹੋਰ ਥੈ, ਧਨ ਖੋਜਦੇ, ਸੇ ਮੂੜ ਬੇਟਾਲੇ। ਸਾਹਿਬ ਕਹਿੰਦੇ ਨੇ, ਭਲਿਆ ਜੇ ਕਿਤੇ ਤੂੰ ਆਪਣੇ ਅੰਦਰ ਨੂੰ ਖੋਜ ਕੇ ਵੇਖ ਲੈਂਦਾ, ਤੇਰੇ ਅੰਦਰ ਕੀ ਸਭ ਕੁਛ ਰੱਬ ਨੇ ਪਾਇਆ, ਪਰਮੇਸ਼ਰ ਨੇ ਪਾਇਆ। ਕਾਇਆ ਵਿੱਚ ਬਹੁਤ ਕੁਛ ਹੈ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸ਼ਰਾਮ। ਉਹ ਅੰਦਰ ਹੀ ਸੀ, ਰੱਬ ਨਿਰੰਕਾਰ ਅੰਦਰ ਹੀ ਸੀ। ਕਿਤੇ ਅੰਦਰ ਨੂੰ ਖੋਜ ਲੈਂਦਾ ਤਾਂ ਸਤਿਗੁਰੂ ਆਖਦੇ ਨੇ, ਕਹਿੰਦੇ ਤਾਂ ਇਹ ਐਡਾ ਕੀਮਤੀ ਜਾਮਾ ਹੈ। ਇਹ ਵੀ ਪੰਜ ਤੱਤਾਂ ਦਾ ਹੀ ਹੈ।
ਇਹ ਤਾਂ ਇਹਦੇ ਧਾਰਮਿਕ ਸਥਾਨਾਂ ਵਿੱਚ ਚਰਚਾ ਹੈਗੀ, ਤਾਂ ਧਾਰਮਿਕ ਗ੍ਰੰਥਾਂ ਵਿੱਚ ਚਰਚਾ ਹੈਗੀ, ਕਿਉਂਕਿ ਰੱਬ ਨਾਲ ਮਿਲਣ ਦੀ ਵਾਰੀ ਹੈ, ਪਰਮੇਸ਼ਰ ਨਾਲ ਮਿਲਣ ਦੀ ਵਾਰੀ ਹੈ। ਇੱਕ ਬੜਾ ਪਿਆਰਾ ਬਚਨ ਕਬੀਰ ਸਾਹਿਬ ਦੀ ਬਾਣੀ ਦਾ ਮੈਂ ਹੋਰ ਕਹਿਣਾ ਚਾਹੁੰਦਾ। ਕਬੀਰ ਨਿਰਮਲ ਬੂੰਦ ਆਕਾਸ਼ ਦੀ, ਪਰ ਵੀ ਭੂਮ ਬੇਕਾਰ। ਕਹਿੰਦੇ ਇਉਂ ਸਮਝ ਲੈ ਬਿਨ ਸੰਗਤ ਇਉਂ ਮਾਨੀ, ਹੋਏ ਗਈ ਪਟਸ਼ਾਰ। ਕਹਿੰਦੇ ਇਉਂ ਸਮਝ ਲੈ ਨਿਰਮਲ ਬੂੰਦ ਆਕਾਸ਼ ਦੀ ਧਰਤੀ ਤੇ ਡਿੱਗ ਪਈ, ਜਿਵੇਂ ਇਤਨੀ ਸਵਾਂਗ ਦੀ ਬੂੰਦ ਧਰਤੀ ਤੇ ਡਿੱਗੀ ਤੇ ਬੇਕਾਰ ਚਲੇ ਗਈ। ਕਹਿੰਦੇ ਸੱਜਣਾ ਉਵੇਂ ਤੇਰਾ ਜੰਮ ਹੈ ਜੀਵਨ, ਇਤਨੀ ਨਿਰਮਲ ਬੂੰਦ ਆਈ ਸੀ ਤੇ ਇਸ ਧਰਤੀ ਵਿੱਚ ਹੀ ਆਪਣਾ ਜੀਵਨ ਇੱਥੇ ਖਤਮ ਕਰਕੇ ਤੁਰ ਚੱਲੀ, ਅੱਗੇ ਯਾਤਰਾ ਹੀ ਨਹੀਂ ਸ਼ੁਰੂ ਹੋਈ ਉਹਦੀ। ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ, ਅਣਖ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਕਹਿੰਦੇ ਇੱਕ ਵਾਰੀ ਉਹ ਨਿਰਮਲ ਬੂੰਦ ਆਕਾਸ਼ ਤੋਂ ਆਈ ਧਰਤੀ 'ਚ ਮਿਲ ਗਈ ਨਾ, ਅਨੇਕਾਂ ਲੋਕਾਂ ਨੇ ਯਤਨ, ਸਿਆਣੇ ਤੋਂ ਸਿਆਣਿਆਂ ਨੇ ਯਤਨ ਕਰਕੇ ਵੇਖ ਲਿਆ, ਉਹ ਮੁੜ ਕੇ ਨਹੀਂ ਕੱਢੀ ਜਾ ਸਕਦੀ। ਤੇਰੇ ਕੋਲ ਵਕਤ ਹੈ ਮਨਾ, ਇਸ ਜਾਮੇ ਦੀ ਕਦਰ ਕੀਮਤ ਸਮਝ, ਇਸ ਜ਼ਿੰਦਗੀ ਦੀ ਕਦਰ ਕੀਮਤ ਸਮਝ। ਇਸ ਜਾਮੇ ਰਾਹੀਂ ਤੂੰ ਮਾਲਕ ਦਾ ਰੂਪ ਹੋ ਸਕਦਾ ਹੈ, ਪਰਮੇਸ਼ਰ ਦਾ ਰੂਪ ਹੋ ਸਕਦਾ ਹੈ। ਭਾਈ ਗੁਰਦਾਸ ਜੀ ਦਾ ਇੱਕ ਬਚਨ ਕਹਿਣ ਲੱਗਾ, ਉਹਨੂੰ ਬੜੇ ਧਿਆਨ ਨਾਲ ਸੁਣਿਓ। ਉਹਨਾਂ ਦੋ ਚੀਜ਼ਾਂ ਆਖੀਆਂ ਨੇ, ਕਹਿਣ ਲੱਗੇ ਹੈ ਤੇ ਕੀਮਤੀ ਹੈ, ਪਰ ਚੇਤਾ ਰੱਖੀ ਸਫਲ ਨਹੀਂ ਹੈ। ਜਨਮ ਕੀਮਤੀ ਹੈ ਪਰ ਸਫਲ ਨਹੀਂ। ਸਫਲ ਹੀ ਨਹੀਂ ਉਦੋਂ ਹੋਣਾ ਜਦੋਂ ਤੂੰ ਗੁਰੂ ਕੋਲ ਜਾਏਗਾ। ਸਫਲ ਗੁਰੂ ਕਰਨਾ ਦੱਸਦਾ ਹੈ। ਹਾਂ ਇਹ ਗੱਲ ਵੱਖਰੀ ਹੈ ਵੀ ਹੈ ਕੀਮਤੀ ਹੈ ਇਹ, ਇਹਦੇ ਆਮ ਦੁਨੀਆ ਨਾਲੋਂ ਸਮਝ ਲਓ ਤੇਰੇ ਕੋਲ ਮਨੁੱਖਾ ਜਾਮਾ ਕੀਮਤੀ ਹੈ। ਅੰਮ੍ਰਿਤ ਬਾਣੀ ਦੇ ਬੱਚਨ ਨੇ, ਸਤਿਗੁਰੂ ਦਾ ਇੱਕ ਵਾਰੀ ਬਚਨ ਫਿਰ ਧਿਆਨ ਵਿੱਚ ਰੱਖਿਓ। ਹਜ਼ੂਰ ਆਖਦੇ ਨੇ, ਕਹਿੰਦੇ ਇਸ ਗੱਲ ਨੂੰ ਕਿਤੇ ਭੁੱਲ ਨਾ ਜਾਈ, ਇਹ ਬੜਾ ਕੀਮਤੀ ਜਾਮਾ ਤੈਨੂੰ ਮਾਲਿਕ ਨੇ ਬਖਸ਼ਿਸ਼ ਕੀਤਾ ਹੈ। ਭਾਈ ਪ੍ਰਾਪਤ ਮਾਨੁਖ ਜੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰ ਭਾਈ ਗੁਰਦਾਸ ਜੀ ਦਾ ਬੋਲ ਕਹਿਣ ਲੱਗਾ ਸਾਂ, ਚਰਨ ਕਾਲ ਮਾਨਸ ਜਨਮ ਨਿਰਮੋਲ ਪਾਏ। ਕਹਿੰਦੇ ਬੜੇ ਚਿਰਾਂ ਬਾਅਦ ਤੈਨੂੰ ਬੜਾ ਕੀਮਤੀ ਜਾਮਾ, ਮਨੁੱਖਾ ਜਾਮਾ ਮਿਲਿਆ, ਪਰ ਇਹ ਕੀਮਤੀ ਹੈ। ਸਫਲ ਜਨਮ ਗੁਰੂ ਚਰਨ ਸ਼ਰਨ ਕਹਿ। ਕਹਿੰਦੇ ਸਫਲ ਤਾਂ ਹੋਏਗਾ ਜੇ ਕਿਤੇ ਮਾਲਕ ਦੇ ਚਰਨਾਂ ਵਿੱਚ ਟੁਰ ਜਾਏ। ਮੈਂ ਇੱਕ ਵਾਰ ਫਿਰ ਦੁਬਾਰਾ ਬੇਨਤੀ ਕਰਨ ਲੱਗਾ, ਇੱਥੋਂ ਹੀ ਆਪਾਂ ਗੱਲ ਸ਼ੁਰੂ ਕਰਾਂਗੇ। ਯਾਦ ਰੱਖਿਓ ਜੇ ਅੰਦਰ ਤੇ ਮਿਰਗ ਦੇ ਵੀ ਬਹੁਤ ਕੀਮਤੀ ਕਸਤੂਰੀ ਹੁੰਦੀ ਹੈ, ਪਰ ਉਹਨੂੰ ਅੰਦਰੋਂ ਲੱਭਣ ਦੀ ਜਾਚ ਨਹੀਂ। ਮਨੁੱਖ ਦੇ ਕੋਲ ਵੀ ਅੰਦਰ ਬਹੁਤ ਕੁਛ ਹੈ ਕਾਇਆ ਦੇ, ਪਰ ਇਹਨੂੰ ਤੇ ਲੱਭਣ ਦੀ ਜਾਚ ਹੋਣੀ ਚਾਹੀਦੀ ਹੈ। ਮਿਰਗ ਨੂੰ ਤਾਂ ਸਮਝਾਉਣ ਦਾ ਕੋਈ ਸਾਧਨ ਨਹੀਂ, ਪਰ ਮਨੁੱਖ ਨੂੰ ਤਾਂ ਸਮਝਾਉਣ ਦੇ ਹਜ਼ਾਰਾਂ ਉਪਰਾਲੇ। ਕਿਤਨੇ ਪੀਰ ਪੈਗੰਬਰ ਆਏ, ਮੈਂ ਫਿਰ ਦੁਬਾਰੇ ਬੇਨਤੀ ਕਰਦੀ ਹਾਂ, ਕਿਤਨੇ ਧਾਰਮਿਕ ਗ੍ਰੰਥ ਨੇ, ਕਿਤਨੇ ਧਾਰਮਿਕ ਸਥਾਨ ਨੇ ਇਹਨੂੰ ਇਹ ਗੱਲ ਸਮਝਾਉਣ ਵਾਸਤੇ ਵੀ ਤੇਰੇ ਅੰਦਰ ਬਹੁਤ ਕੁਝ ਪਿਆ, ਇਹਨੂੰ ਭਾਲ ਕੇ ਵੇਖ। ਬਲਕਿ ਸਮੁੱਚੀਆਂ ਪਰੇਸ਼ਾਨੀਆਂ ਦਾ ਹੱਲ ਲੱਭ ਜਾਏਗਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਜੇ ਤੂੰ ਆਪਣੇ ਆਪ ਨੂੰ ਖੋਜ ਲਵੇਂ, ਕਮਲਿਆ ਤੇਰਾ ਭੁੱਲਿਆ ਹੋਇਆ ਮਨ ਆਪਣੇ ਮੂਲ ਨੂੰ ਪਛਾਣ ਲੇਗਾ। ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤਿ ਸੱਚਾ ਗੁਰਮਤਿ ਰੰਗ ਮਾਣ। ਤਾਂ ਮੈਂ ਬੇਨਤੀ ਕਰਨੀ ਚਾਹੁੰਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਇੱਕ ਬਚਨ ਹੋਰ ਧਿਆਨ ਵਿੱਚ ਰੱਖ ਲਿਓ। ਸਤਿਗੁਰੂ ਜੀ ਆਖਦੇ ਨੇ, ਸਾਧੋ ਇਹ ਤਨ ਮਿਠਿਆ ਜਾਨੋ, ਜਾਂ ਭੀਤਰ ਜੋ ਰਾਮ ਵਸਤ ਹੈ ਸਾਚੋ ਤਹਿ ਪਛਾਨੋ। ਕਹਿੰਦੇ ਇਹ ਤਨ ਤਾਂ ਮਿੱਠਿਆ ਹੈ, ਇੱਥੇ ਪੰਜ ਤੱਤਾਂ ਦੇ ਪੰਜ ਤੱਤਾਂ ਜਾ ਕੇ ਮਿਲ ਜਾਣਾ, ਪਰ ਇਹਦਾ ਮਕਸਦ ਜਿਹੜਾ ਬੜਾ ਉੱਚਾ ਹੈ। ਇਹਦੇ ਵਿੱਚ ਵਸਦਾ ਤੂੰ ਰੱਬ ਨੂੰ ਪਛਾਣ, ਤੂੰ ਰੱਬ ਦਾ ਰੂਪ ਹੋ ਸਕਦਾ ਹੈ। ਚਰਨ ਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰੂ ਚਰਨ ਸ਼ਰਨ ਕਹਿ। ਭਾਈ ਗੁਰਦਾਸ ਜੀ ਦਾ ਬੋਲ ਕਹਿ ਰਿਹਾ ਸਭ, ਲੋਚਨਾ ਅਮੋਲ ਗੁਰ ਦਰਸ਼ ਅਮੋਲ ਦੇਖੇ, ਸਰਬਨ ਅਮੋਲ ਗੁਰ ਬਚਨ ਧਰਨ ਕਹਿ। ਕਹਿੰਦੇ ਯਾਦ ਰੱਖ ਤੇਰੀਆਂ ਅੱਖਾਂ ਬਹੁਤ ਕੀਮਤੀ ਨੇ,
पर ये सफलता हो सकती ने सजना किते इन अखां नाल गुरु का दीदार कर लवे। गुरु का दीदार कर लवे, बड़ा कुछ देखना है। सफल केवल इको थां ते होणियां ने जे गुरु नूं तक लवे। अखियों तकना बाण तुहाडी कौन कहे तुसी तको ना, जगत तमाशा जम जम तको, तकदियां तकदियां थको ना, पर इस तक विच चेता रखियो मैलियां मूल ना होयो जे, उस दाते दे अमृत ताई जहर बना के फको ना। लोचन अमोल गुरु दर्श अमोल देखे, सरबन अमोल गुरु बचन धरन कै, नासका अमोल चरनार बिंद वासना कै। कहते तेरा नक भी सफल हो सकता है जे गुरु के चरण कमलों की सुगंधी इंसानियत की सुगंधी तेनों आ जाए। रसना अमोल गुर मंत्र सिमरन कै, कहते जुबान सफल हो सकती, तेरी जेवा सफल हो सकती है। किते अपनी जुबान तो दिन रात निंदा करने वाले हो, कभी मालिक का नाम भी लेके देख लै। हस्त अमोल, कहते हाथ भी तेरे पवित्र हो सकते हैं। गुरदेव सेव सफल कै, कहते गुरु जी की सेवा करके सफल कर सकते हैं। चरण सफल प्रदर्शन करन कै, कहते पैरों नाल भी सफलता प्राप्त कर सकना है। किते गुरु के दुआले भी परिक्रमा करके देख ले, माया दुआले विकारां दुआले कितना भटकदा रहा है। माटी को पुत्र कैसे नचत है, देखे देखे सुने बोले दौड़े फिरत है, इतना दौड़े पर सफल सफल नहीं होया। एक गुरबात भी बड़ा प्यारा है, पाम सुहावे जो तो तिर जुलते, शीश सुहावा चरणी, मुख सुहावा जो तो जस गावे, जियो पया तो शरणी। एक एक अंग तो सफल कर सकना मना जे किते गुरु को आ जाए। इस श्लोक की विचार बहुत गहरी है, बहुत लंबा समय लगता है। सतगुरु ने कृपा की, अज का अमृत बोल समझाया है। 5 तत्व को तन रचियो, रचना ते 5 तत्तां तो हुई है, बाकियां भी 5 तत्तां तो। कितने जीव ने, कितने जीव ने, पर गुरु चरणों में अरदास करिए, आए अनक जन्म प्रभ शरणी, उदर लियो अंधकूपते लाभो अपनी चरनी। सतगुरु बड़ा चिर हो गया, ऐसे कर हम बहुत बसाए, जब हम राम गर्भ होए आए। है कि भी 5 तत्तां दा ही पुतला मना, पर ये खूबी है भी ये रब का रूप बन सकता है, मालिक की दहलीज से कबूल हो सकता है, निरंकार के दर से कबूल हो सकता है। प्रिंसीपल सतबीर सिंह ने एक किताब लिखी है 6वें पातशाह के बेड़े के सिख। उहदे विच एक सिख का जीवन लिखिया भाई देसा। बड़ा प्यारा अदबी सिख सी। उहदे अपने दिमाग विच इतनी चंचलता, इतने सवाल, हर बारी एक गल कहनी भई रब नाल दी कोई चीज़ नहीं, तुसीं एवें ही कही जाते हो भी रब ने दिमाग बनाया, असल विच दिमाग ने रब बनाया। रब ने दिमाग नहीं बनाया, मनुख की सोच ने रब कढ़ लिया। बड़े ऐसे सवाल करने। एक मैंने भाई वीर सिंह की कविता याद हो आ गई, मैं वो कह के अगे गल तोड़नी चाहना, बड़ी तवज्जो दे के समझो, बड़ी मन में चंचलता है। जिन्हां उचाइयां उत्ते बुद्धि खंभ साड़ थकी, मनो मनी मन उठे मारदा उडारियां, प्याले अनजुठे नाल बुल लग जान उत्ते, रस के सरूर आवे झूमा आउण प्यारियां।
ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ ਏ, ਮਾਰੇ ਗਏ ਜਿਨ੍ਹਾਂ ਦਾਈਆਂ ਬੁੱਧੋ ਪਾਤਾਰੀਆਂ, ਬੈਠ ਗਏ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਬਰਬਰੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਕਹਿੰਦੇ ਬਹੁਤੇ ਗਿਆਨਵਾਨ ਬੰਦਿਆ ਨਿਰੇ ਸਵਾਲ ਹੀ ਕਰੀ ਜਾਣਾ, ਕਦੇ ਜਵਾਬ ਵੀ ਲੱਭੇ ਨਹੀਂ। ਇਸ ਭਾਈ ਢੇਸੇ ਦਾ ਅਚਾਨਕ ਸੰਬੰਧ ਸਾਈਂ ਦਾਸ ਨਾਲ ਹੋ ਗਿਆ, ਡਰੋਲੀ ਦੇ ਰਹਿਣ ਵਾਲੇ ਮੌਕੇ ਦੇ ਲਾਗੇ। ਸ਼ਾਇਦ ਇਹ ਤੁਹਾਨੂੰ ਪਤਾ ਹੀ ਹੋਵੇਗਾ, ਸਿਆਣੇ ਬੈਠੇ ਹੋ। ਭਾਈ ਸਾਈਂ ਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਧੂ ਸਨ, ਭਾਵੇਂ ਇੱਕੋ ਘੱਟ ਵਿਆਹੇ ਹੋਏ ਸਨ। ਤੇ ਸਾਈਂ ਦਾਸ ਬੜਾ ਸਿੱਖੀ ਸਿੱਖ ਸੀ। ਜਦੋਂ ਭਾਈ ਢੇਸਾ ਜੀ ਦਾ ਮਿਲਾਪ ਹੋਇਆ ਤੇ ਉਹਨੇ ਬੜੇ ਸਵਾਲ ਅੱਗੇ ਰੱਖੇ ਵੀ ਰੱਬ ਕੀ ਚੀਜ਼ ਹੈ, ਇਹ ਤਾਂ ਮਨੁੱਖ ਨੇ ਸੋਚ ਵਿੱਚ ਬਣਾਇਆ ਹੋਇਆ, ਐਵੇਂ ਲੋਕਾਂ ਨੂੰ ਡਰਾਉਂਦੇ ਨੇ। ਉਹਨੂੰ ਆਖਿਆ ਚਲੋ ਤੇਰੀ ਗੱਲ ਵੀ ਠੀਕ ਹੋ ਸਕਦੀ, ਪਰ ਮੇਰਾ ਮਨ ਕਹਿੰਦਾ ਵੀ ਤੂੰ ਇੱਕ ਵਾਰੀ ਕਿਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲੇ। ਉਹ ਕਹਿੰਦਾ ਕੋਈ ਗੱਲ ਨਹੀਂ, ਮਿਲ ਲਾਂਗੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਏ ਭਾਈ ਦੀ ਡਰੋਲੀ ਤੇ ਉੱਥੇ ਮਿਲਾਪ ਹੋਇਆ, ਗੁਰੂ ਦੇ ਦਰਸ਼ਨ ਕੀਤੇ। ਇੱਕ ਬੇਨਤੀ ਹੋਰ ਕਰਾਂ, ਪਿਆਰ ਵਾਲੇ ਗੱਲ ਚੇਤਾ ਰੱਖਿਓ, ਜਦੋਂ ਮੁਹੱਬਤ ਪਾਕ ਮੁਹੱਬਤ ਅਰਸ਼ਾਂ ਨੂੰ ਛੂਹਦੀ ਹੈ ਨਾ, ਉਦੋਂ ਜ਼ੁਬਾਨ ਬਹੁਤੀਆਂ ਗੱਲਾਂ ਨਹੀਂ ਕਰਦੀ, ਉਦੋਂ ਨੇਤਰਾਂ ਦੇ ਵਣਜਾਰੇ ਬਣ ਜਾਂਦੇ ਨੇ। ਉਦੋਂ ਵਪਾਰ ਨੇਤਰਾਂ ਨਹੀਂ ਹੁੰਦਾ। ਜਦੋਂ ਗੁਰੂ ਬਹੁਤ ਰਹਿਮਤ ਕਰਦਾ, ਉਦੋਂ ਗੁਰੂ ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਲੋਕਾਂ ਦੇ ਭਾਣੇ ਤਾਂ ਗੁਰੂ ਕੁਛ ਬੋਲਿਆ ਵੀ ਨਹੀਂ, ਪਰ ਨਦਰ ਨਾਲ ਨਿਹਾਲ ਕਰ ਦਿੱਤਾ। ਸੱਚ ਕਰਕੇ ਜਾਣੀ, ਜਦੋਂ ਸਿੱਖ ਦੀ ਮੁਹੱਬਤ ਵੀ ਅਰਸ਼ਾਂ ਨੂੰ ਛੂਹਦੀ ਹੈ ਨਾ, ਫਿਰ ਇਹ ਵੀ ਕੁਛ ਨਹੀਂ ਮੰਗਦਾ। ਇਹ ਕਹਿੰਦਾ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਇਹ ਆਪਣੇ ਨੇਤਰਾਂ ਨਾਲ ਗੁਰੂ ਦੇ ਦੀਦਾਰ ਕਰਕੇ, ਮਾਲਕ ਜੀ ਇੱਕ ਕਿਰਪਾ ਕਰ, ਜੇ ਤੂੰ ਟੁੱਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ, ਏਗਾ ਪਾਈ ਮੂੰਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਸਿੱਖ ਵੀ ਅੱਖਾਂ ਰਾਹੀਂ ਹੀ ਗੁਰੂ ਕੋਲੋਂ ਬਖਸ਼ਾ ਲੈ ਲੈਂਦਾ, ਗੁਰੂ ਵੀ ਨੇਤਰਾਂ ਰਾਹੀਂ ਹੀ ਬਖਸ਼ ਦੇ ਦਿੰਦਾ। ਕਈ ਵਾਰੀ ਜ਼ੁਬਾਨ ਸਾਂਝੀ ਨਹੀਂ ਹੁੰਦੀ। ਜਦੋਂ ਮੁਹੱਬਤ ਬਹੁਤ ਸਿਖਰਾਂ ਤੇ ਹੋਵੇ, ਬਹੁਤ ਪ੍ਰੇਮ ਕਰਨ ਵਾਲੇ ਇੱਕ ਦੂਜੇ ਦੇ ਪ੍ਰੇਮ ਵਿੱਚ ਡੁੱਬੇ ਹੋਏ, ਉਹਨਾਂ ਕੋਲ ਬਹੁਤੇ ਸ਼ਬਦ ਨਹੀਂ ਹੁੰਦੇ, ਜਿੰਨੀ ਇੱਕ ਦੂਜੇ ਨੂੰ ਤੱਕਣ ਦੀ ਤਾਂਘ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ, ਅੰਦਰ ਸੱਚਾ ਨੇ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਗ ਗੁਰ ਦੇਖਾ ਸਾਹਮਣੇ। ਹਜ਼ੂਰ ਨੇ ਬਚਨ ਆਖਿਆ, ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ, ਬਸ ਇੰਨੀ ਕੀ ਗੱਲ ਆ। ਭਾਈ ਢੇਸਾ ਜੀ ਉਹਨੂੰ ਪੁੱਛਣ ਲੱਗੇ ਸਾਈਂ ਦਾਸ ਨੂੰ, ਬਈ ਗੁਰੂ ਜੀ ਨੇ ਬਚਨ ਆਖਿਆ ਸੀ, ਮੈਨੂੰ ਤਾਂ ਸਮਝ ਨਹੀਂ ਲੱਗੀ। ਉਹ ਕਹਿੰਦੇ ਭਾਈ ਬਚਨ ਨੇ ਆਖਿਆ, ਪਹਿਲਾਂ ਜੀਵਨ ਦਾ ਭਾਂਡਾ ਸਾਫ਼ ਕਰ, ਭਾਂਡਾ ਧੋਏ ਬੈਸ ਧੂਪ ਦੇਵੋ। ਹੁਣ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਲੱਗਦਾ, ਉਹ ਕਹਿੰਦਾ ਭਾਂਡਾ ਤਾਂ ਸਾਫ਼ ਹੀ ਹੈ। ਮੈਂ ਤੁਹਾਨੂੰ ਦੱਸਿਆ ਨਹੀਂ ਸੀ ਵੀ ਬਹੁਤੀਆਂ ਗੱਲਾਂ ਨਹੀਂ ਹੁੰਦੀਆਂ, ਭਾਂਡਾ ਤਾਂ ਸਾਫ਼ ਹੀ ਹੈ। ਮੈਂ ਕਿਸੇ ਦਾ ਬੁਰਾ ਨਹੀਂ ਕਰਦਾ, ਕੋਈ ਬੁਰਾ ਖਿਆਲ ਨਹੀਂ ਹੈ। ਦੂਜੇ ਤੀਜੇ ਦਿਨ ਫਿਰ ਗੁਰੂ ਜੀ ਨੂੰ ਮਿਲੇ ਤੇ ਗੁਰਦੇਵ ਨੇ ਫਿਰ ਹੀ ਪੰਕਤੀ ਪੜ੍ਹ ਦਿੱਤੀ ਵੀ ਭਾਂਡਾ ਧੋਏ ਬੈਸ ਧੂਪ ਦੇਵੋ। ਪਹਿਲਾਂ ਭਾਂਡੇ ਨੂੰ ਧੋ, ਫਿਰ ਇਹਨੂੰ ਧੁੱਪ ਨਾਲ ਸੁਕਾ ਕੇ ਸਮੈਲ ਨਾ ਆ ਜਾਏ। ਉੱਦਾਂ ਤਾਂ ਬੈਣ ਉਤਰ ਜਾਂਦੀ, ਸਮੈਲ ਰਹਿ ਜਾਂਦੀ ਕਈ ਵਾਰੀ, ਬਸ ਤੋਂ ਪਾਉਣੀ। ਉਹ ਫਿਰ ਪੁੱਛੇ ਵੀ ਮੈਨੂੰ ਹੁਣ ਵੀ ਨਹੀਂ ਸਮਝ ਲੱਗੀ, ਭਾਂਡਾ ਤਾਂ ਮੇਰਾ ਸਾਫ਼ ਹੀ ਹੈ। ਸਾਈਂ ਦਾਸ ਨੇ ਬੇਨਤੀ ਕੀਤੀ, ਪਾਤਸ਼ਾਹ ਕੁਛ ਸਮਝਾ ਦਿਓ, ਸਿਰ ਤੋਂ ਦੀ ਗੱਲ ਲੰਘੀ ਜਾਂਦੀ ਹੈ ਤੁਹਾਡੀ। ਹਜ਼ੂਰ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ। ਕਹਿਣ ਲੱਗੇ ਭਾਈ ਢੇਸਾ ਜੀ ਇੱਕ ਕੰਮ ਕਰਨਾ, ਇੱਕ ਚਾਦਰ ਲੈ ਜਾਓ, ਕਿਧਰੇ ਜਿੱਧਰ ਤੁਹਾਡਾ ਜੀ ਕਰਦਾ, ਇਕਾਂਤ ਬਾਸ ਕੁਝ ਸਮਾਂ ਬੈਠ ਕੇ ਆਉਣਾ। ਅੱਜ ਦੀ ਭਾਸ਼ਾ 'ਚ 1 ਘੰਟਾ ਕਹਿ ਲਓ, ਉਦੋਂ ਇਹ ਨਹੀਂ ਸੀ, ਉਹਦੇ ਪਹਿਰ 'ਤੇ ਘੜੀਆਂ ਹੁੰਦੀਆਂ ਸੀ।
तो 1 घंटा एकांत ਵਿੱਚ बैठना, बस कुछ नहीं करना, अपने ही अंदर रहना है, बाहर नहीं जाना। कहने लगे ठीक है। ये कितना औखा है। आपां नूं भी कई बार लगता है भी जो बाणी पढ़िए, रब्बी याद में बैठिए तो कितना औखा है काम। और बैठ के आ कदे ख्याल आउण फलाने दे पैसे देने हैं, फलाने तो पैसे लेने हैं, बच्चे इवें ने, परिवार इवें है, ये काम करने सी, इत्थे आ गए हैं, पिछे किवें चलेगा। उन्होंने एक पल भी लाना औखा हो गया भी जिहड़ा अपने आप च रवे। आखिरकार घंटा कित्थे बैठे जाना सी, उठ के आ गया। कहने पातशाह अज पता लगे अंदर तो बहुत कुछ भरिया पिया, अंदर तो बहुत कुछ भरिया पिया, जड़ियां गल्लां कदी चेते भी नहीं सी कीतियां भी चेते आई जांदियां ने, नहीं टिका बनता। हजूर कहने लगे चंगा फिर बैठ, 10 दिस खोजत मैं फिरियो, जत देखो तत सोए, मन बस आवे नानका। जे पूर्ण कृपा होए, जदों अपने अंदर की झात मार के गुरु की कृपा का सदका, सतगुर सूर में कबीर सतगुर सूर में बहया बाण जो एक, लागट ही पोए गिर परिया, परा करे जे शेक। फिर वो गूंगा कुआ बावरा, बहरा कुआ कान, पापों के पिंगल भया मारिया सतगुर बाण। जदों अंदर जाके वेखिया कि अज उन्होंने रब्बी एहसास होया, चरना ते ढह पिया। कहते सच्चे पातशाह एवं कही जाता सब पता अज लगे। तो बेनती करम प्यार वालियो, 5 तत्त को तन रचियो, जानो चतर सुजान। ओ सियाने, ओ चतर, ओ सियाने दाने मनुख। ये गल समझ, ये 5 तत्तां का शरीर है, एक दिन 5 तत्तां में समाप्त हो जाना। ये गल चेता रखी, किते शरीर कुख तो लेके कबर तक अपना सफर तय कर लवे, जिस लई मनुखा जेही मिली है, किते वो काम पूरा भी ना करे। देखो ਇਹਦਾ अर्थ है, जे तेजन जी राम को पाइया राम, तेजन का अर्थ होंदा घोड़ी। ये तो तेनू रब ने सफर मुकाउण वास्ते घोड़ी दिती है, तू संसार तो लैके निरंकार तक का सफर कर सके, तेनू मनुखा देही दिती है। रोज तुसीं अपने आम शब्दों में पढ़ते हो बर्तन। बर्तन की चीज़ होंदा है? बर्तन का मतलब होंदा है बर्तन वाली चीज़। किसी के अगे बर्तन रख दियो तो विच कुछ ना पायो तो वह नाराज हो जाएगा भी ये मेरी तौहीन की है। क्योंकि भुख मिटाउणी जिहड़ी है वह विच पई वस्तु ने मिटाउणी है। हजूर कहन लगे 5 तत्तां के सारे बर्तन ने जितने भी ने, ये भांडे ने, ਇਹਦੇ ਵਿੱਚ ਪਈ ਵਸਤੂ ਦੀ ਪਹਿਚਾਣ ਕਰਨੀ ਸੀ ਤੂੰ। ਜੇ ਇਹਦੇ 'ਚ ਵਿਕਾਰ ਪਾਏ ਹੋਏ ਨੇ ਤਾਂ ਇਹਦੀ ਕੌਡੀ ਕੀਮਤ ਨਹੀਂ, ਜੇ ਇਹਦੇ 'ਚ ਨਿਰੰਕਾਰ ਪਾਇਆ ਹੋਇਆ ਤਾਂ ਇਹ ਰੱਬ ਦਾ ਰੂਪ ਹੈ ਕਿ ਭਾਂਡਾ ਹੀ ਹੈ। ਅਸੀਂ ਕਿੱਡੇ ਅਵੇਸਲੇ ਹੋ ਗਏ, ਭਾਂਡਿਆਂ ਨੂੰ ਪੂਜਣ ਲੱਗ ਪਏ, ਲੋਕਾਂ ਦੀਆਂ ਫੋਟੋਆਂ ਰੱਖ ਲਈਆਂ, ਉਹਨਾਂ ਨੂੰ ਪੂਜਣ ਲੱਗ ਪਏ। ਗੱਲ ਭਾਂਡੇ ਦੇ ਨਾਲ ਨਾਲ ਵਿੱਚ ਪਈ ਵਸਤੂ ਦੀ ਹੈ, ਤਾਂ ਕੀਮਤੀ ਹੈ क्योंकि ये रब है, ये तू रब प्राप्त कर सकता है। जिह ते उपजियो नानका लीन ताहि मेहमान। ये जेड़े 5 तत्तां चों पैदा होए हैं, ये उन्हां ही 5 तत्तां विच जाके समा जाने ने। याद रखियो, ये 5 तत्त समाउण तो पहला मना तू काया की नगरी चों अपने साईं नूं लभ लै, मालिक नाल प्यार पा लै। इस देही अंदर ही रब वसदा है, परमेश्वर वसदा है। ਇਹਦੇ ਨਾਲ ਸਾਂਝ ਪਾ ਲਈਏ। ਜਿਨ੍ਹਾਂ ਨੇ ਆਪਣੇ ਅੰਦਰ ਵੇਖ ਲਿਆ ਉਹਨਾਂ ਨੂੰ ਪ੍ਰਤੀਤ ਹੋਇਆ ਇਹ ਸਰੀਰ ਸਭ ਧਰਮ ਹੈ। ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਹਜ ਰਤਨ ਲੂਕ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਟ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ। ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।